हाँ जी, सत श्री अकाल प्यारे विद्यार्थियों। प्यारे बच्चों, अज असी ग्रामर ਦਾ ਭਾਗ ਜਿਹੜਾ ਪੜ੍ਹਨਾ ਹੈ ਉਹ ਹੈ ਪੜਨਾਮ। ਸੋ ਪੜਨਾਮ ਕੀ ਹੁੰਦਾ ਹੈ ਇਸ ਨੂੰ ਜਾਣਨ ਲਈ ਆਓ ਅਸੀਂ ਉਦਾਹਰਨ ਦੇ ਤੌਰ ਤੇ ਇੱਕ ਪੈਰੇ ਨੂੰ ਪੜ੍ਹਦੇ ਹਾਂ ਤੇ ਇਸ ਪੈਰੇ ਦੇ ਵਿੱਚੋਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਪੜਨਾਮ ਹੁੰਦਾ ਕੀ ਹੈ। ਉਂਝ ਅਸੀਂ ਸਮਝਣ ਲਈ ਦੇਖਦੇ ਹਾਂ ਕਿ ਨਾਮ ਦੀ ਜਗ੍ਹਾ ਤੇ ਜੋ ਸ਼ਬਦ ਵਰਤੇ ਜਾਣ ਜਾਂ ਨਾਮ ਦੀ ਜਗ੍ਹਾ ਤੇ ਵਰਤੇ ਜਾਣ ਵਾਲੇ ਸ਼ਬਦ ਨੂੰ ਪੜਨਾਮ ਕਹਿੰਦੇ ਹਨ। ਹੁਣ ਨਾਮ ਦੀ ਜਗ੍ਹਾ ਤੇ ਪੜਨਾਮ ਦੀ ਵਰਤੋਂ ਕਿਵੇਂ ਹੁੰਦੀ ਹੈ, ਆਓ ਇਸ ਪੈਰੇ ਨੂੰ ਪੜ੍ਹਦੇ ਹਾਂ ਤੇ ਤੁਸੀਂ ਇਹਨੂੰ ਸਮਝੋਗੇ। ਜਦੋਂ ਅਸੀਂ ਆਮ ਗੱਲਬਾਤ ਕਰਦੇ ਹਾਂ ਜਾਂ ਕੁਝ ਲਿਖਦੇ ਹਾਂ ਤਾਂ ਕਈ ਵਾਰੀ ਨਾਮ ਦੇ ਦੁਹਰਾਓ ਕਾਰਨ ਕੁਝ ਓਪਰਾ ਜਿਹਾ ਮਹਿਸੂਸ ਹੁੰਦਾ, ਉਹਦੇ ਵਿੱਚ ਬਾਰ-ਬਾਰ ਨਾਮ ਆਈ ਜਾਂਦਾ ਬਟ ਅਸੀਂ ਉਹ ਨਾਮ ਨੂੰ ਹਟਾਉਣ ਲਈ ਉਹਦੀ ਜਗ੍ਹਾ ਤੇ ਕੁਝ ਸ਼ਬਦ ਵਰਤਦੇ ਹਾਂ। ਉਹ ਕਿਹੜੇ ਸ਼ਬਦ ਨੇ, ਆਓ ਪੜ੍ਹਦੇ ਹਾਂ। ਪਹਿਰਾ, ਬਲਕਾਰ ਮੇਰਾ ਦੋਸਤ ਹੈ। ਹੁਣ ਕਿਹਦੀ ਗੱਲ ਹੋ ਰਹੀ ਹੈ? ਬਲਕਾਰ ਦੀ। ਬਲਕਾਰ ਮੇਰਾ ਦੋਸਤ ਹੈ। ਜੇ ਪੈਰੇ 'ਚ ਬਾਰ-ਬਾਰ ਬਲਕਾਰ ਆਈ ਜਾਊਗਾ ਤਾਂ ਤੁਹਾਨੂੰ ਲੱਗੂਗਾ ਕਿ ਨਾਮ ਦੀ ਜਗ੍ਹਾ 'ਤੇ ਕੁਝ ਹੋਰ ਨਹੀਂ ਵਰਤ ਸਕਦੇ। ਅਤੇ ਜਿਹੜਾ ਸ਼ਬਦ ਅਸੀਂ ਉਹ ਨਾਮ ਨੂੰ ਹਟਾਉਣ ਲਈ ਵਰਤਦੇ ਹਾਂ ਬੇਟਾ, ਉਹਨੂੰ ਪੜਨਾਮ ਕਹਿੰਦੇ ਹਨ। ਦੇਖੋ ਅਗਲਾ, ਬਲਕਾਰ ਘਰ ਵਿੱਚ ਸਭ ਤੋਂ ਵੱਡਾ ਹੈ। ਨਾਮ ਵਰਤ ਰਹੇ ਨੇ, ਫਿਰ ਬਲਕਾਰ ਘਰ ਵਿੱਚ ਸਭ ਤੋਂ ਵੱਡਾ ਹੈ। ਹੁਣ ਬਲਕਾਰ ਦੀ ਜਗ੍ਹਾ 'ਤੇ ਕੋਈ ਹੋਰ ਸ਼ਬਦ ਵੀ ਤਾਂ ਲੱਗ ਸਕਦਾ ਸੀ, ਉਹ ਅੱਗੇ ਲਾ ਕੇ ਪੜ੍ਹਾਂਗੇ ਅਸੀਂ। ਨਵਦੀਪ ਬਲਕਾਰ ਦਾ ਛੋਟਾ ਭਰਾ ਹੈ। ਹੁਣ ਨਵਦੀਪ ਅੱਗੇ ਫੇਰ ਆ ਗਿਆ ਬਲਕਾਰ। ਹੁਣ ਬਲਕਾਰ ਨੂੰ ਹਟਾਉਣ ਲਈ ਇੱਥੇ ਕੋਈ ਹੋਰ ਸ਼ਬਦ ਵਰਤ ਸਕਦੇ ਹਾਂ, ਦਾ ਛੋਟਾ ਭਰਾ ਹੈ। ਅਤੇ ਇੱਥੇ ਦੇਖਾਂਗੇ ਹੁਣ ਅੱਗੇ ਕਿਹੜਾ ਸ਼ਬਦ ਇੱਥੇ ਵਰਤ ਸਕਦੇ ਹਾਂ ਬਲਕਾਰ ਦੀ ਥਾਂ 'ਤੇ। ਨਵਦੀਪ ਬਲਕਾਰ ਨਾਲ ਸ਼ਹਿਰ ਜਾ ਰਿਹਾ ਹੈ। ਹੁਣ ਇੱਥੇ ਫੇਰ ਆ ਗਿਆ, ਹੁਣ ਜਿਹੜਾ ਨਵਦੀਪ ਆ ਇੱਥੇ ਨਾਮ ਆ, ਜੇ ਬਾਰ-ਬਾਰ ਨਵਦੀਪ ਆ ਰਿਹਾ। ਹੁਣ ਨਵਦੀਪ ਬਲਕਾਰ ਨਾਲ ਸ਼ਹਿਰ ਜਾ ਰਿਹਾ ਹੈ। ਹੁਣ ਨਵਦੀਪ ਨੂੰ ਜੇਕਰ ਇੱਥੋਂ ਹਟਾਉਣਾ ਹੋਵੇ ਤਾਂ ਨਵਦੀਪ ਦੀ ਜਗ੍ਹਾ 'ਤੇ ਅਸੀਂ ਕਿਹੜਾ ਸ਼ਬਦ ਲਾ ਸਕਦੇ ਹਾਂ, ਉਹ ਨੀਚੇ ਦੇਖਾਂਗੇ। ਅੱਗੇ ਹੈ, ਨਵਦੀਪ ਨੇ ਲਾਲ ਰੰਗ ਦੀ ਕਮੀਜ਼ ਪਾਈ ਹੈ। ਫਿਰ ਨਵਦੀਪ ਆ ਗਿਆ। ਹੁਣ ਨਵਦੀਪ ਦਾ ਵੀ ਅਸੀਂ ਇਹਦੀ ਜਗ੍ਹਾ 'ਤੇ ਕੋਈ ਹੋਰ ਨਵਾਂ ਸ਼ਬਦ ਵਰਤ ਸਕਦੇ ਸੀ। ਹੁਣ ਇਸੇ ਲਾਈਨ ਨੂੰ ਮੈਂ ਨਾਮ ਦੇ ਰੂਪ ਵਿੱਚ ਬੋਲਦਾ ਤਾਂ ਤੁਹਾਨੂੰ ਓਪਰਾ ਲੱਗੂਗਾ। ਬਲਕਾਰ ਮੇਰਾ ਦੋਸਤ ਹੈ। ਬਲਕਾਰ ਘਰ ਵਿੱਚ ਸਭ ਤੋਂ ਵੱਡਾ ਹੈ। ਨਵਦੀਪ ਬਲਕਾਰ ਦਾ ਛੋਟਾ ਭਰਾ ਹੈ। ਨਵਦੀਪ ਬਲਕਾਰ ਨਾਲ ਸ਼ਹਿਰ ਜਾ ਰਿਹਾ ਹੈ। ਨਵਦੀਪ ਨੇ ਲਾਲ ਰੰਗ ਦੀ ਕਮੀਜ਼ ਪਾਈ ਹੈ। ਸੋ ਬਾਰ-ਬਾਰ ਨਾਮ ਆ ਰਹੇ ਨੇ। ਬੜਾ ਔਚ-ਪੌਚ ਜਿਹਾ ਹੋ ਜਾਂਦਾ ਦਿਮਾਗ ਦੇ ਵਿੱਚ ਜਦੋਂ ਅਸੀਂ ਕਿਸੇ ਚੀਜ਼ ਨੂੰ ਸਮਝਣਾ ਹੁੰਦਾ। ਇਸ ਪੈਰੇ ਵਿੱਚ ਬਲਕਾਰ ਅਤੇ ਨਵਦੀਪ ਬਾਰ-ਬਾਰ ਆ ਰਹੇ ਹਨ। ਇਸ ਪੈਰੇ ਨੂੰ ਇੰਝ ਵੀ ਤਾਂ ਲਿਖਿਆ ਜਾ ਸਕਦਾ, ਦੇਖੋ ਜੀ ਕਿੱਦਾਂ। ਬਲਕਾਰ ਮੇਰਾ ਦੋਸਤ ਹੈ। ਹੁਣ ਬਲਕਾਰ ਨੂੰ ਅਗਲੀ ਲਾਈਨ ਵਿੱਚ ਬਲਕਾਰ ਨਾ ਲਿਖ ਕੇ ਉਹਦੀ ਜਗ੍ਹਾ 'ਤੇ ਕੀ ਲਿਖਾਂਗੇ? ਬਲਕਾਰ ਮੇਰਾ ਦੋਸਤ ਹੈ। ਉਹ, ਹੁਣ ਉਹ ਸ਼ਬਦ ਬੇਟਾ ਨਾਮ ਦੀ ਜਗ੍ਹਾ 'ਤੇ ਵਰਤ ਲਿਆ। ਇਹ ਕੀ ਹੋ ਗਿਆ? ਪੜਨਾਮ। ਜੋ ਨਾਮ ਦੀ ਜਗ੍ਹਾ 'ਤੇ ਵਰਤਿਆ ਜਾਵੇ ਉਸ ਨੂੰ ਕੀ ਕਹਿੰਦੇ ਨੇ? ਪੜਨਾਮ। ਉਹ ਘਰ ਵਿੱਚ ਸਭ ਤੋਂ ਵੱਡਾ ਹੈ। ਹੁਣ ਇੱਥੇ ਬਲਕਾਰ ਨਹੀਂ ਲਿਖਣਾ ਪਿਆ, ਇਹਦੀ ਜਗ੍ਹਾ 'ਤੇ ਸਿੱਧਾ ਉਹ ਸ਼ਬਦ ਫਿੱਟ ਹੋ ਗਿਆ। ਨਵਦੀਪ ਉਸ ਦਾ ਛੋਟਾ ਭਰਾ ਹੈ। ਕਿਸ ਦਾ? ਬਲਕਾਰ ਸਿੰਘ ਦਾ। ਹੁਣ ਬਲਕਾਰ ਨੂੰ ਹਟਾ ਕੇ ਉੱਥੇ ਕਿਹੜਾ ਸ਼ਬਦ ਲਿਖਤਾ? ਉਸ। ਨਵਦੀਪ ਉਸ ਦਾ ਮਤਲਬ ਕਿਸ ਦਾ? ਕਿਹਦੇ ਬਾਰੇ ਪੈਰੇ 'ਚ ਗੱਲ ਹੋਈ ਸੀ? ਬਲਕਾਰ ਦੀ। ਹੁਣ ਬਲਕਾਰ ਨੂੰ ਇੱਥੋਂ ਰਿਮੂਵ ਕਰਤਾ। ਬਲਕਾਰ ਦੀ ਜਗ੍ਹਾ 'ਤੇ ਕਿਹੜਾ ਸ਼ਬਦ ਆ ਗਿਆ? ਨਾਮ ਦੀ ਜਗ੍ਹਾ 'ਤੇ ਕਿਹੜਾ ਪੜਨਾਮ ਆ ਗਿਆ? ਉਸ। ਨਵਦੀਪ ਉਸ ਦਾ ਛੋਟਾ ਭਰਾ ਹੈ ਬਲਕਾਰ ਦਾ। ਹੁਣ ਬਲਕਾਰ ਨੂੰ ਰਿਮੂਵ ਕਰਤਾ, ਇਹਦੀ ਜਗ੍ਹਾ 'ਤੇ ਪੜਨਾਮ ਦੇ ਰੂਪ ਵਿੱਚ ਕਿਹੜਾ ਸ਼ਬਦ ਵਰਤਿਆ? ਉਸ। ਅੱਗੇ ਅਸੀਂ ਪੜ੍ਹ ਰਹੇ ਸੀ ਨਵਦੀਪ। ਹੁਣ ਉੱਪਰ ਪੈਰੇ 'ਚ ਆਇਆ ਨਵਦੀਪ ਬਲਕਾਰ ਨਾਲ ਸ਼ਹਿਰ ਜਾ ਰਿਹਾ ਹੈ। ਹੁਣ ਨਵਦੀਪ ਦੀ ਜਗ੍ਹਾ 'ਤੇ ਵੀ ਅਸੀਂ ਕੋਈ ਸ਼ਬਦ ਵਰਤਨੇ ਆ ਵੀ ਬਾਰ-ਬਾਰ ਨਵਦੀਪ ਨਾ ਆਵੇ। ਹੁਣ ਅਸੀਂ ਲਿਖ ਲਿਆ ਉਹ ਬਲਕਾਰ ਨਾਲ ਕੌਣ ਸ਼ਹਿਰ ਜਾ ਰਿਹਾ ਹੈ? ਨਵਦੀਪ। ਉਸ ਨੇ ਲਾਲ ਰੰਗ ਦੀ ਕਮੀਜ਼ ਪਾਈ ਹੈ। ਹੁਣ ਉਸ ਸ਼ਬਦ ਕਿਹਦੇ ਲਈ ਵਰਤ ਲਿਆ? ਨਵਦੀਪ ਲਈ। ਉਸ ਨੇ ਲਾਲ ਰੰਗ ਦੀ ਕਮੀਜ਼ ਪਾਈ ਹੈ। ਹੁਣ ਨਵਦੀਪ ਆ ਜਿਹੜਾ ਬਲਕਾਰ ਦਾ ਛੋਟਾ ਭਰਾ ਹੈ, ਉਹ ਬਲਕਾਰ ਨਾਲ ਸ਼ਹਿਰ ਜਾ ਰਿਹਾ ਹੈ। ਹੁਣ ਸਮਝ ਲੱਗ ਰਹੀ ਹੈ ਕੌਣ ਜਾ ਰਿਹਾ? ਉਹਦਾ ਛੋਟਾ ਭਰਾ। ਕੌਣ? ਨਵਦੀਪ। ਉਸ ਨੇ ਲਾਲ ਰੰਗ ਦੀ ਕਮੀਜ਼ ਪਾਈ ਹੈ। ਕਿਸ ਨੇ ਪਾਈ ਹੈ? ਨਵਦੀਪ ਨੇ। ਸੋ ਬੇਟਾ ਇੱਥੋਂ ਮੈਨੂੰ ਲੱਗਦਾ ਤੁਹਾਨੂੰ ਇਹ ਗੱਲ ਕਲੀਅਰ ਹੋਣੀ ਚਾਹੀਦੀ ਹੈ। ਜਿਹੜਾ ਨਾਮ ਦੀ ਜਗ੍ਹਾ 'ਤੇ ਵਰਤਿਆ ਜਾਵੇ ਉਸ ਨੂੰ ਪੜਨਾਮ ਕਹਿੰਦੇ ਹਨ। ਇਸ ਪੈਰੇ ਵਿੱਚ ਬਲਕਾਰ ਅਤੇ ਨਵਦੀਪ ਲਈ ਉਹ ਅਤੇ ਉਸ ਸ਼ਬਦ ਦਾ ਪ੍ਰਯੋਗ ਕੀਤਾ ਗਿਆ ਹੈ। ਇਹ ਪੜਨਾਮ ਸ਼ਬਦ ਹਨ। ਅੱਗੇ ਬੇਟਾ ਅਸੀਂ ਪੜ੍ਹਦੇ ਹਾਂ ਪੜਨਾਮ ਦੀ ਪਰਿਭਾਸ਼ਾ। ਨਾਮ ਦੀ ਥਾਂ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਪੜਨਾਮ ਆਖਦੇ ਹਨ। ਜਿਵੇਂ ਉਹ, ਉਸ, ਅਸੀਂ, ਸਾਡਾ, ਤੁਸੀਂ, ਆਪ, ਮੈਂ,
ਤੂੰ, ਉਹਨਾਂ, ਇਹ ਸਾਰੇ ਬੇਟਾ ਜਿਹੜੇ ਸ਼ਬਦ ਨੇ ਇਹਨਾਂ ਨੂੰ ਅਸੀਂ ਪੜਨਾਮ ਆਖਦੇ ਹਾਂ। ਅੱਗੇ ਤੁਸੀਂ ਐਗਜ਼ਾਮਪਲ ਦੇ ਵਿੱਚ ਦੇਖ ਸਕਦੇ ਹੋ, ਉਹ ਕਿਤਾਬ ਮੇਰੀ ਹੈ। ਉਹ ਬੱਚਾ ਇਸ਼ਾਰਾ ਕਰ ਰਿਹਾ, ਉਹ ਕਿਤਾਬ ਮੇਰੀ ਹੈ। ਤੁਸੀਂ ਵੀ ਸਾਡੇ ਨਾਲ ਚੱਲੋ। ਇਹ ਦੋ ਬੱਚੇ ਖੜੇ ਨੇ, ਦੂਸਰੇ ਨੂੰ ਸੰਬੋਧਨ ਕਰ ਰਹੇ ਨੇ ਕਿ ਤੁਸੀਂ ਵੀ ਸਾਡੇ ਨਾਲ ਚੱਲੋ। ਮੈਂ ਅਗਲੀ ਫੋਟੋ ਦੇ ਵਿੱਚ ਹੈ, ਮੈਂ ਤੁਹਾਡਾ ਕੰਮ ਕਰ ਦੇਵਾਂਗਾ। ਦੋ ਵਿਅਕਤੀ ਆਪਸ ਵਿੱਚ ਗੱਲਬਾਤ ਕਰਦੇ ਹਨ। ਸੋ ਇਹ ਸਾਰੇ ਕੀ ਨੇ? ਉਹ, ਤੁਸੀਂ, ਮੈਂ, ਇਹ ਸਾਰੇ ਕੀ ਹਨ? ਨਾਮ ਦੀ ਜਗ੍ਹਾ 'ਤੇ ਵਰਤੇ ਗਏ ਸ਼ਬਦ ਨੇ। ਇਹਨਾਂ ਨੂੰ ਅਸੀਂ ਕਹਾਂਗੇ ਪੜਨਾਂਵ। ਅੱਗੇ ਹੈਗੇ ਬੇਟਾ ਪੜਨਾਂਵ ਦੀਆਂ ਕਿਸਮਾਂ। ਪੜਨਾਂਵ 6 ਕਿਸਮ ਦੇ ਹੁੰਦੇ ਹਨ। ਹੁਣ ਨਾਮ ਅਸੀਂ ਪੜ੍ਹੇ ਸੀ 5 ਕਿਸਮ ਦੇ, ਅਤੇ ਪੜਨਾਂਵ ਕਿੰਨੀ ਕਿਸਮ ਦੇ ਹਨ? 6 ਕਿਸਮ ਦੇ। ਪੁਰਖਵਾਚਕ ਪੜਨਾਂਵ, ਨਿੱਜਵਾਚਕ ਪੜਨਾਂਵ, ਸੰਬੰਧਵਾਚਕ ਪੜਨਾਂਵ, ਪ੍ਰਸ਼ਨਵਾਚਕ ਪੜਨਾਂਵ, ਨਿਸ਼ਚੈਵਾਚਕ ਪੜਨਾਂਵ ਅਤੇ ਅਨਿਸ਼ਚੈਵਾਚਕ ਪੜਨਾਂਵ। ਇਹ ਹਨ ਬੇਟਾ ਪੜਨਾਂਵ ਦੀਆਂ 6 ਕਿਸਮਾਂ। ਆਓ ਇਹਨਾਂ ਨੂੰ ਡਿਟੇਲ ਵਿੱਚ ਜਾਣਦੇ ਹਾਂ। ਹੁਣ ਪਹਿਲੀ ਜਿਹੜੀ ਕਿਸਮ ਹੈ ਉਹ ਹੈ ਪੁਰਖਵਾਚਕ ਪੜਨਾਂਵ। ਪੁਰਖਵਾਚਕ ਪੜਨਾਂਵ ਜਿਹੜੇ ਪੜਨਾਂਵ ਕਿਸੇ ਪੁਰਖ ਦੀ ਥਾਂ ਵਰਤੇ ਜਾਣ, ਕਿਸੇ ਵਿਅਕਤੀ ਦੀ ਥਾਂ ਵਰਤੇ ਜਾਣ, ਉਹਨਾਂ ਨੂੰ ਪੁਰਖਵਾਚਕ ਪੜਨਾਂਵ ਕਿਹਾ ਜਾਂਦਾ ਹੈ। ਜਿਵੇਂ ਮੈਂ, ਮੈਨੂੰ, ਅਸੀਂ, ਤੂੰ, ਤੁਸੀਂ, ਉਹ। ਅਸੀਂ ਖੇਡਣ ਚੱਲੇ ਹਾਂ, ਮਤਲਬ ਵਿਅਕਤੀਆਂ ਦੀ ਜਗ੍ਹਾ 'ਤੇ ਅਸੀਂ ਸ਼ਬਦ ਵਰਤਿਆ ਗਿਆ। ਤੁਸੀਂ ਕਿੱਥੇ ਰਹਿੰਦੇ ਹੋ? ਕਿਸੇ ਵਿਅਕਤੀ ਨੂੰ ਸੰਬੋਧਨ ਕਰ ਰਿਹਾ ਸੀਗੇ, ਹਰਮੀਤ ਜੀ ਤੁਸੀਂ ਕਿੱਥੇ ਰਹਿੰਦੇ ਹੋ? ਹੁਣ ਹਰਮੀਤ ਦੀ ਜਗ੍ਹਾ 'ਤੇ ਸਿੱਧਾ ਤੁਸੀਂ ਸ਼ਬਦ ਲਾ ਲਿਆ, ਤੁਸੀਂ ਕਿੱਥੇ ਰਹਿੰਦੇ ਹੋ। ਉਹ ਨਾਮ ਲੈਣ ਦੀ ਲੋੜ ਨਹੀਂ ਪਈ, ਸਿੱਧਾ ਹੀ ਤੁਸੀਂ ਸ਼ਬਦ ਵਰਤ ਕੇ ਅਸੀਂ ਪੜਨਾਂਵ ਜਿਹੜਾ ਇਹ ਪੁਰਖਵਾਚਕ ਪੜਨਾਂਵ ਵੀ ਸਿੱਧੇ ਕਿਸੇ ਪੁਰਖ ਦੀ ਗੱਲ ਕਰ ਰਹੇ ਹਾਂ ਉੱਥੇ ਵਰਤ ਲਿਆ। ਹੁਣ ਬੇਟਾ ਇੱਥੇ ਤੁਹਾਨੂੰ ਐਡੀਸ਼ਨਲ ਤੁਹਾਡੀ ਥੋੜ੍ਹੀ ਜਾਣਕਾਰੀ ਦੇ ਵਿੱਚ ਵਾਧਾ ਕਰਨ ਲਈ ਅਸੀਂ ਦੱਸਦੇ ਹਾਂ ਕਿ ਜਿਹੜਾ ਪੁਰਖਵਾਚਕ ਪੜਨਾਂਵ ਹੁੰਦਾ ਬੇਟਾ, ਇਹਦੇ ਅੱਗੇ 3 ਭਾਗ ਹੋਰ ਹੁੰਦੇ ਹਨ: ਉੱਤਮ ਪੁਰਖ, ਮੱਧਮ ਪੁਰਖ ਅਤੇ ਅਨਯ ਪੁਰਖ। ਹੁਣ ਇੱਥੇ ਕੋਈ ਕਨਫਿਊਜ਼ ਨਹੀਂ ਹੋਣਾ ਬੇਟਾ ਵੀ ਉੱਤਮ ਪੁਰਖ ਜੀ ਕਿਹੜਾ ਆ ਗਿਆ ਪੁਰਖਵਾਚਕ ਪੜਨਾਂਵ ਦੇ ਵਿੱਚ। ਹੁਣ ਜਿਹੜਾ ਬੇਟਾ ਉੱਤਮ ਪੁਰਖ ਹੁੰਦਾ ਉਹ ਹੁੰਦਾ ਗੱਲ ਕਰਨ ਵਾਲਾ। ਗੱਲ ਕਰਨ ਵਾਲਾ ਉੱਤਮ ਪੁਰਖ ਹੁੰਦਾ ਹੈ। ਜਿਵੇਂ ਮੈਂ, ਅਸੀਂ, ਸਾਨੂੰ, ਮੈਨੂੰ, ਇਹ ਸਾਰੇ ਕਿਹੜੇ ਨੇ? ਉੱਤਮ ਪੁਰਖ ਹਨ। ਮੈਂ ਬਹੁਤ ਖੁਸ਼ ਹਾਂ, ਅਸੀਂ ਘਰ ਜਾ ਰਹੇ ਹਾਂ, ਇਹ ਬੇਟਾ ਉੱਤਮ ਪੁਰਖ ਆ, ਕਿਉਂਕਿ ਮੈਂ ਆਪਣੇ ਬਾਰੇ ਗੱਲ ਕਰ ਰਿਹਾ ਜਾਂ ਗੱਲ ਕਰਨ ਵਾਲਾ ਗੱਲ ਕਰ ਰਿਹਾ। ਇੱਥੇ ਬੇਟਾ ਉੱਤਮ ਪੁਰਖ ਹੁੰਦਾ ਗੱਲ ਕਰਨ ਵਾਲਾ। ਅੱਗੇ ਬੇਟਾ ਇਹਦੇ ਵਿੱਚ ਹੁੰਦਾ ਮੱਧਮ ਪੁਰਖ, ਜਿਸ ਨਾਲ ਗੱਲ ਕੀਤੀ ਜਾ ਰਹੀ ਹੋਵੇ। ਮੱਧਮ ਪੁਰਖ ਕੌਣ ਹੁੰਦਾ? ਜਿਸ ਨਾਲ ਗੱਲ ਕੀਤੀ ਜਾ ਰਹੀ ਹੋਵੇ। ਜਿਵੇਂ ਤੁਸੀਂ ਇਹਦੇ ਵਿੱਚ ਵੀ ਦੇਖਿਆ, ਤੁਸੀਂ ਕਿੱਥੇ ਰਹਿੰਦੇ ਹੋ, ਹੈ ਨਾ, ਤੁਸੀਂ ਕਿੱਥੇ ਜਾ ਰਹੇ ਹੋ, ਤੁਸੀਂ ਖਾਣਾ ਖਾ ਲਓ, ਵੀ ਜਿਹਦੇ ਨਾਲ ਗੱਲ ਹੋ ਰਹੀ ਹੈ ਉਹ ਕਿਹੜਾ ਪੁਰਖ ਹੈ? ਮੱਧਮ ਪੁਰਖ। ਇੱਕ ਬੇਟਾ ਹੁੰਦਾ ਅਨਯ ਪੁਰਖ। ਅਨਯ ਪੁਰਖ ਹੁੰਦਾ ਜਿਸ ਬਾਰੇ ਗੱਲ ਕੀਤੀ ਜਾ ਰਹੀ ਹੋਵੇ। ਜਿਸ ਬਾਰੇ ਗੱਲ ਕੀਤੀ ਜਾ ਰਹੀ ਹੋਵੇ ਉਹਨੂੰ ਅਨਯ ਪੁਰਖ ਕਹਿੰਦੇ ਹਨ। ਉਹ ਹੁੰਦੇ ਨੇ ਜਿਵੇਂ ਉਹ, ਉਸ, ਉਹਨਾਂ ਆਦਿ। ਜਿਵੇਂ ਐਗਜ਼ਾਮਪਲ ਦੇ ਤੌਰ 'ਤੇ ਉਹ ਕਦੋਂ ਆ ਰਿਹਾ ਹੈ, ਕਿਸੇ ਬਾਰੇ ਗੱਲ ਕਰ ਰਹੇ ਹੋ। ਉਸ ਦਾ ਦਫ਼ਤਰ ਕਿੱਥੇ ਹੈ, ਉਸ ਦਾ ਸ਼ਬਦ 'ਤੇ ਉਹ ਸ਼ਬਦ ਲਾ ਰਿਹਾ ਵੀ ਇਸੇ ਬਾਰੇ, ਜਿਸ ਬਾਰੇ ਗੱਲ ਕਰ ਰਹੇ ਹੋ। ਸੋ ਬੇਟਾ ਅਨਯ ਪੁਰਖ ਹੁੰਦਾ ਜਿਸ ਬਾਰੇ ਗੱਲ ਕਰਦੇ ਹਾਂ। ਸੋ ਪੁਰਖਵਾਚਕ ਪੜਨਾਂਵ ਦੇ ਵਿੱਚ ਤੁਸੀਂ ਬੇਟਾ ਇਹਦੀਆਂ ਪੁਰਖਵਾਚਕ ਦੀਆਂ 3 ਕੈਟਾਗਰੀਆਂ ਹਨ: ਉੱਤਮ ਪੁਰਖ, ਮੱਧਮ ਪੁਰਖ, ਅਨਯ ਪੁਰਖ। ਉੱਤਮ ਪੁਰਖ ਗੱਲ ਕਰਨ ਵਾਲਾ, ਮੱਧਮ ਪੁਰਖ ਜਿਸ ਨਾਲ ਗੱਲ ਹੋ ਰਹੀ ਹੈ, ਅਨਯ ਪੁਰਖ ਜਿਸ ਬਾਰੇ ਗੱਲ ਹੋ ਰਹੀ ਹੈ। ਸੋ ਆਓ ਪੜ੍ਹਦੇ ਹਾਂ ਅਗਲੀ ਟਾਈਪ, ਨਿੱਜਵਾਚਕ ਪੜਨਾਂਵ। ਜਿਹੜੇ ਪੜਨਾਂਵ ਵਾਕ ਵਿੱਚ ਕੰਮ ਕਰਨ ਵਾਲੇ ਦੇ ਨਾਂ ਦੀ ਥਾਂ 'ਤੇ ਵਰਤੇ ਜਾਣ, ਕੰਮ ਕਰਨ ਵਾਲੇ ਦੇ ਨਾਮ ਦੇ ਉੱਪਰ ਵਰਤੇ ਜਾਣ, ਉਹਨਾਂ ਨੂੰ ਨਿੱਜਵਾਚਕ ਪੜਨਾਂਵ ਆਖਦੇ ਹਨ। ਜਿਵੇਂ ਆਪਣੇ ਆਪ, ਆਪਸ ਵਿੱਚ। ਜਿਵੇਂ ਅਸੀਂ ਕੋਈ ਵੀ ਗੱਲ ਕਰੀਏ, ਖੁਦ। ਜਿਵੇਂ ਮੈਂ ਐਗਜ਼ਾਮਪਲ ਦੇ ਤੌਰ 'ਤੇ ਮੈਂ ਆਪਣਾ ਕੰਮ ਆਪ ਕਰਦਾ ਹਾਂ। 2 ਨੰਬਰ ਐਗਜ਼ਾਮਪਲ, ਸਾਨੂੰ ਆਪਸ ਵਿੱਚ ਪਿਆਰ ਨਾਲ ਰਹਿਣਾ ਚਾਹੀਦਾ ਹੈ। ਇਹ ਹੈਗਾ ਨਿੱਜਵਾਚਕ। ਨਿੱਜਵਾਚਕ ਦੇ ਵਿੱਚ ਹੋਰ ਵੀ ਐਗਜ਼ਾਮਪਲ ਲੈ ਸਕਦੇ ਹਾਂ। ਮੈਂ ਆਪ ਚਿੱਠੀ ਲਿਖ ਰਹੀ ਹਾਂ, ਉਹ ਆਪੇ ਚਲਾ ਜਾਵੇਗਾ, ਮੈਂ ਖੁਦ ਉੱਥੇ ਜਾਣਾ ਹੈ। ਨਿੱਜਵਾਚਕ ਜਿਹੜਾ ਅਸੀਂ ਖੁਦ ਲਈ ਵਰਤਦੇ ਹਾਂ। ਹੁਣ ਬੇਟਾ ਇੱਥੇ ਤੁਹਾਡੀ ਜਾਣਕਾਰੀ ਦੇ ਵਿੱਚ ਹੋਰ ਵਾਧਾ ਕਰ ਦਈਏ ਕਿ ਜਿਵੇਂ ਆਪ ਸ਼ਬਦ,
ਆਪ ਅਸੀਂ ਕਹਿ ਰਹੇ ਹਾਂ ਨਾ ਕਿ ਆਪਸ ਜਾਂ ਆਪ ਸ਼ਬਦ ਉੱਪਰ ਅਸੀਂ ਦਿੱਤਾ ਆਪਣੇ ਆਪ, ਇਹਦੇ ਵਿੱਚ ਇੱਕ ਆਪ ਸ਼ਬਦ ਆ। ਹੁਣ ਦੇਖੋ ਆਪ ਸ਼ਬਦ ਦੀ ਵਰਤੋਂ ਪੁਰਖਵਾਚਕ ਪ੍ਰਣਾਮ ਅਤੇ ਨਿੱਜਵਾਚਕ ਪ੍ਰਣਾਮ ਦੋਵਾਂ ਵਿੱਚ ਹੀ ਹੁੰਦੀ ਹੈ। ਆਪ ਸ਼ਬਦ ਦੀ ਵਰਤੋਂ ਪੁਰਖਵਾਚਕ ਪ੍ਰਣਾਮ ਅਤੇ ਨਿੱਜਵਾਚਕ ਪ੍ਰਣਾਮ ਦੋਵਾਂ ਵਿੱਚ ਹੁੰਦੀ ਹੈ, ਪਰ ਇਹਨਾਂ ਵਿੱਚ ਅੰਤਰ ਹੈ। ਇਸ ਨੂੰ ਸਮਝਣ ਲਈ ਆਓ ਅਸੀਂ ਇੱਕ ਐਗਜ਼ਾਮਪਲ ਸਮਝਦੇ ਹਾਂ। ਜਿਵੇਂ ਕਿ ਆਪ ਦੇ ਦਰਸ਼ਨ ਬੜੇ ਦੁਰਲੱਭ ਹੋ ਗਏ ਹਨ। ਇੱਥੇ ਆਪ ਸ਼ਬਦ ਪੁਰਖਵਾਚਕ ਪ੍ਰਣਾਮ ਹੈ। ਆਪ ਦੇ ਦਰਸ਼ਨ ਬੜੇ ਦੁਰਲੱਭ ਹੋ ਗਏ ਹਨ। ਇੱਥੇ ਆਪ ਸ਼ਬਦ ਕੀ ਹੈ? ਪੁਰਖਵਾਚਕ ਪ੍ਰਣਾਮ ਹੈ। ਮੈਂ ਆਪ ਉਸ ਦੇ ਦਰਸ਼ਨ ਕਰਨ ਗਿਆ, ਇੱਥੇ ਆਪ ਨਿੱਜਵਾਚਕ ਪ੍ਰਣਾਮ ਹੈ। ਸੋ ਆਪ ਸ਼ਬਦ ਪੁਰਖਵਾਚਕ ਪ੍ਰਣਾਮ ਵਿੱਚ ਵੀ ਵਰਤਿਆ ਜਾਂਦਾ ਹੈ ਅਤੇ ਨਿੱਜਵਾਚਕ ਵਿੱਚ ਵੀ। ਆਓ ਬੇਟਾ ਹੁਣ ਨੀਚੇ ਪੜ੍ਹਦੇ ਹਾਂ। ਸੰਬੰਧਵਾਚਕ ਪ੍ਰਣਾਮ। ਜਿਹੜੇ ਸ਼ਬਦ ਪ੍ਰਣਾਮ ਤਾਂ ਹੁੰਦੇ ਹੀ ਹਨ, ਪਰ ਦੋ ਵਾਕਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਵੀ ਕਰਦੇ ਹਨ, ਉਹਨਾਂ ਨੂੰ ਸੰਬੰਧਵਾਚਕ ਪ੍ਰਣਾਮ ਕਿਹਾ ਜਾਂਦਾ ਹੈ। ਜਿਵੇਂ ਜਿਹੜਾ, ਜਿਸ, ਜੋ, ਸੋ, ਜਿਸ ਦੀ ਆਦਿ। ਹੁਣ ਜਿਵੇਂ ਅਸੀਂ ਕਹਿੰਦੇ ਹਾਂ ਉਹ ਖੁਸ਼ ਰਹਿੰਦੇ ਹਨ ਜਿਹੜੇ ਰੱਬ ਦਾ ਨਾਂ ਲੈਂਦੇ ਹਨ। ਖੁਸ਼ ਕੌਣ ਰਹਿੰਦੇ ਹਨ? ਜਿਹੜੇ। ਹੁਣ ਜਿਹੜੇ ਬੇਟਾ ਸ਼ਬਦ ਆ ਇਹ ਸੰਬੰਧਵਾਚਕ ਆ ਕਿ ਖੁਸ਼ ਉਹ ਰਹਿੰਦੇ ਹਨ। ਇੱਥੇ ਜਿਹੜਾ ਸ਼ਬਦ ਆ ਜਿਹੜਾ ਉਹ ਸੰਬੰਧ ਜੋੜ ਰਿਹਾ, ਜਿਹੜੇ ਰੱਬ ਦਾ ਨਾਮ ਲੈਂਦੇ ਹਨ। ਪਾਸ ਹੋਵੋਗੇ ਜੋ ਮਿਹਨਤ ਕਰੇਗਾ, ਉਹੀ ਪਾਸ ਹੋਵੇਗਾ ਜੋ ਮਿਹਨਤ ਕਰੇਗਾ। ਹੁਣ ਪਾਸ ਕੌਣ ਹੋਵੇਗਾ? ਜੋ ਮਿਹਨਤ ਕਰੇਗਾ। ਹੁਣ ਜਿਹੜਾ ਮਿਹਨਤ ਆ ਬੇਟਾ ਇਹ ਦੋਵੇਂ ਸ਼ਬਦ ਪਾਸ ਹੋਣ ਵਾਲੇ ਬੱਚਿਆਂ ਲਈ ਹਨ ਕਿ ਉਹੀ ਪਾਸ ਹੋਊਗਾ ਜੋ ਮਿਹਨਤ ਕਰੇਗਾ। ਹੁਣ ਜਿਹੜਾ ਜੋ ਸ਼ਬਦ ਆ ਇੱਥੇ ਉਹ ਸੰਬੰਧਕ ਦੇ ਰੂਪ ਵਿੱਚ ਜੁੜ ਰਿਹਾ। ਪਾਸ ਉਹੀ ਹੋਵੇਗਾ ਜੋ ਮਿਹਨਤ ਕਰੇਗਾ। ਸੋ ਜੋ ਸ਼ਬਦ ਆ ਬੇਟਾ ਜਿਹੜਾ ਉਹ ਸੰਬੰਧਕ ਆ। ਪਾਸ ਹੋਣ ਵਾਲੇ ਵਿਅਕਤੀਆਂ ਨੂੰ ਮਿਹਨਤ ਵਾਲੇ ਕੌਨਸੈਪਟ ਨਾਲ ਜੋੜਨ ਵਾਲਾ ਜੋ ਸ਼ਬਦ ਹੈ। ਜਿਵੇਂ ਹੋਰ ਉਦਾਹਰਨ ਲੈ ਲਓ, ਜੋ ਕਰੇਗਾ ਸੋ ਭਰੇਗਾ। ਜੋ ਜਿਹੜਾ ਸ਼ਬਦ ਆ, ਜੋ ਕਰੇਗਾ ਸੋ ਭਰੇਗਾ। ਹੁਣ ਜਿਹੜਾ ਜੋ ਸ਼ਬਦ ਆ ਅਤੇ ਸੋ ਸ਼ਬਦ ਆ ਉਹ ਕਰਨ ਭਰਨ ਵਾਲਿਆਂ ਦੇ ਸੰਬੰਧ ਵਿੱਚ ਹੈ। ਜਿਵੇਂ ਅਸੀਂ ਸੁਣ ਲਓ, ਜਿਹੜੇ ਮਿਹਨਤ ਕਰਦੇ ਹਨ ਉਹ ਪਾਸ ਹੋ ਜਾਂਦੇ ਹਨ। ਹੁਣ ਜਿਹੜੇ ਸ਼ਬਦ ਮਿਹਨਤ ਵਾਲਿਆਂ ਲਈ ਜੋੜਿਆ ਗਿਆ। ਹੁਣ ਜਿਸ ਨੇ ਚੋਰੀ ਕੀਤੀ ਹੈ ਉਸ ਨੂੰ ਸਜ਼ਾ ਮਿਲੇਗੀ। ਹੁਣ ਬੇਟਾ ਇਹ ਸੰਬੰਧਕ ਆ। ਜਿਹੜੇ ਸ਼ਬਦ ਪ੍ਰਣਾਮ ਵੀ ਹੋਣ ਅਤੇ ਯੋਜਕ ਵਾਂਗ ਵਾਕਾਂ ਨੂੰ ਜੋੜਨ ਦਾ ਕੰਮ ਵੀ ਕਰਨ, ਉਹਨਾਂ ਨੂੰ ਸੰਬੰਧਵਾਚਕ ਪ੍ਰਣਾਮ ਕਿਹਾ ਜਾਂਦਾ ਹੈ। ਜਿਵੇਂ ਇਹ ਐਗਜ਼ਾਮਪਲ ਆ ਬੇਟਾ, ਜਿਵੇਂ ਜੋ, ਸੋ, ਜਿਹੜੇ, ਜਿਹੜਾ, ਇਹ ਸਾਰੇ ਤੁਹਾਨੂੰ ਵਾਕ ਪੜ੍ਹ ਕੇ ਦੱਸੇ ਨੇ। ਇਹ ਹੈਗੇ ਨੇ ਬੇਟਾ ਸੰਬੰਧਵਾਚਕ। ਅੱਗੇ ਹੈ ਪ੍ਰਸ਼ਨਵਾਚਕ। ਪ੍ਰਸ਼ਨਵਾਚਕ ਤੋਂ ਤੁਹਾਨੂੰ ਇਹਦੇ ਵਿੱਚ ਹੀ ਸਾਨੂੰ ਪਤਾ ਲੱਗਦਾ ਸਵਾਲ ਕਰਨਾ। ਜਿਹੜੇ ਪ੍ਰਣਾਮ ਨਾਮ ਦੀ ਥਾਂ ਪ੍ਰਸ਼ਨ ਪੁੱਛਣ ਲਈ ਵਰਤੇ ਜਾਣ ਉਹਨਾਂ ਨੂੰ ਪ੍ਰਸ਼ਨਵਾਚਕ ਪ੍ਰਣਾਮ ਆਖਦੇ ਹਨ। ਜਿਵੇਂ ਕੌਣ, ਕਿਹੜਾ, ਕਿੱਥੇ, ਕਿਸ ਆਦਿ। ਜਿਵੇਂ ਤੁਸੀਂ ਕਿੱਥੇ ਜਾ ਰਹੇ ਹੋ ਜਦੋਂ ਤੁਸੀਂ ਕਿਸੇ ਨੂੰ ਸਵਾਲ ਕਰਦੇ ਹੋ। ਕੌਣ ਚਾਹੁੰਦਾ ਹੈ ਕਿ ਉਸ ਦੀ ਔਲਾਦ ਮਾੜੀ ਹੋਵੇ ਜਦੋਂ ਅਸੀਂ ਇੱਕ ਦੂਜੇ ਨਾਲ ਸਵਾਲ ਜਵਾਬ ਕਰਦੇ ਹਾਂ। ਜਿਵੇਂ ਅਸੀਂ ਕਹੀਏ ਕਿ ਤੁਸੀਂ ਕਿਸ ਬਾਰੇ ਗੱਲ ਕਰਨੀ ਹੈ, ਕਿਸੇ ਨੂੰ ਸਵਾਲ ਪੁੱਛੀਏ। ਕਿਸ ਨੇ ਗਲਾਸ ਤੋੜਿਆ ਹੈ? ਕੌਣ ਰੌਲਾ ਪਾਉਂਦਾ ਹੈ? ਤੁਹਾਡਾ ਸਾਥੀ ਕਿਹੜਾ ਹੈ? ਤੁਹਾਡਾ ਨਾਮ ਕੀ ਹੈ? ਤੁਸੀਂ ਕਿਸ ਕਲਾਸ ਵਿੱਚ ਪੜ੍ਹਦੇ ਹੋ? ਇਹ ਜਿਹੜੇ ਸ਼ਬਦ ਨੇ ਬੇਟਾ ਇਹਨਾਂ ਨੂੰ ਅਸੀਂ ਪ੍ਰਸ਼ਨਵਾਚਕ ਕਹਾਂਗੇ। ਕਿੱਥੇ, ਤੁਸੀਂ ਕਿੱਥੇ ਜਾ ਰਹੇ ਹੋ? ਕਿੱਥੇ ਸ਼ਬਦ ਵਰਤਿਆ ਗਿਆ ਪ੍ਰਸ਼ਨਵਾਚਕ, ਸਵਾਲ ਕੀਤਾ ਜਾ ਰਿਹਾ। ਕੌਣ ਚਾਹੁੰਦਾ ਹੈ ਕਿ ਉਸ ਦੀ ਔਲਾਦ ਮਾੜੀ ਹੋਵੇ? ਹੁਣ ਜਿਹੜਾ ਕੌਣ ਸ਼ਬਦ ਆ ਬੇਟਾ ਉਹ ਪ੍ਰਸ਼ਨਵਾਚਕ ਹੈ। ਜਿਵੇਂ ਤੁਸੀਂ ਕਿਸ ਬਾਰੇ ਗੱਲ ਕਰਨੀ ਹੈ, ਜਿਵੇਂ ਮੈਂ ਬੋਲਿਆ ਸੀ ਕਿਸ ਪ੍ਰਸ਼ਨਵਾਚਕ ਨਾਮ ਹੈ। ਉਹ ਕੌਣ ਸੀ? ਹੁਣ ਜਿਹੜਾ ਕੌਣ ਸ਼ਬਦ ਆ ਉਹ ਇੱਥੇ ਪ੍ਰਸ਼ਨ ਪੈਦਾ ਕਰਦਾ ਹੈ। ਤੁਹਾਡਾ ਸਾਥੀ ਕਿਹੜਾ ਹੈ? ਜੇ ਮੈਂ ਤੁਹਾਨੂੰ ਪੁੱਛਾਂ ਤੁਹਾਡਾ ਸਾਥੀ ਕਿਹੜਾ ਹੈ, ਹੁਣ ਇਹਦੇ ਵਿੱਚ ਕਿਹੜਾ ਸ਼ਬਦ ਆ ਬੇਟਾ ਉਹ ਪ੍ਰਸ਼ਨ ਚਿੰਨ੍ਹ, ਪ੍ਰਸ਼ਨਵਾਚਕ ਨਾਮ ਹੈ। ਸੋ ਅੱਗੇ ਪੜ੍ਹਦੇ ਹਾਂ ਨਿਸ਼ਚੈਵਾਚਕ ਪੜ੍ਹਨਾਮ। ਨਿਸ਼ਚੈਵਾਚਕ ਪੜ੍ਹਨਾਮ ਦੇ ਵਿੱਚ
ਨਿਸ਼ਚੈ ਤੋਂ ਭਾਵ ਪੱਕਾ। ਜਿਹੜੇ ਪ੍ਰਣਾਮ ਕਿਸੇ ਵਿਖਾਈ ਦੇ ਰਹੀ ਵਸਤੂ ਵੱਲ ਇਸ਼ਾਰਾ ਕਰਕੇ ਉਸ ਦੀ ਨਿਸ਼ਚਤਾ ਨੂੰ ਪ੍ਰਗਟ ਕਰਨ, ਉਸ ਨੂੰ ਨਿਸ਼ਚੈਵਾਚਕ ਪ੍ਰਣਾਮ ਕਿਹਾ ਜਾਂਦਾ ਹੈ। ਜਿਵੇਂ ਉਹ, ਇਹ, ਉਹ, ਇਸ ਆਦਿ। ਹੁਣ ਉਦਾਹਰਨ ਦੇ ਲਈ ਤੁਸੀਂ ਬੇਟਾ ਦੇਖ ਸਕਦੇ ਹੋ, ਇਹ ਮੇਰਾ ਸਕੂਟਰ ਹੈ। ਇੱਕ ਬੱਚਾ ਸਕੂਟਰ ਵੱਲ ਇਸ਼ਾਰਾ ਕਰਦਾ ਹੋਇਆ ਕਹਿੰਦਾ ਹੈ ਇਹ ਮੇਰਾ ਸਕੂਟਰ ਹੈ। ਹੁਣ ਜਿਹੜਾ ਇਹ ਸ਼ਬਦ ਆ ਬੇਟਾ ਉਹ ਅਸੀਂ ਨਿਸ਼ਚੈਵਾਚਕ ਪ੍ਰਣਾਮ ਦੇ ਤੌਰ 'ਤੇ ਲਿਆ ਵੀ ਇੱਥੋਂ ਆਇਡੈਂਟੀਟੀ ਹੁੰਦੀ ਹੈ ਕਿ ਇਹ ਮੇਰਾ ਸਕੂਟਰ ਹੈ। ਹੁਣ ਅਗਲੀ ਫੋਟੋ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਹ ਮੇਰਾ ਸਕੂਲ ਹੈ। ਹੁਣ ਬੱਚੀ ਸਕੂਲ ਵੱਲ ਇਸ਼ਾਰਾ ਕਰਦੀ ਹੋਈ ਕਹਿੰਦੀ ਹੈ ਨਿਸ਼ਚਿਤ ਹੈ ਕਿ ਉਹ ਮੇਰਾ ਸਕੂਲ ਹੈ। ਸੋ ਇੱਥੇ ਜਿਹੜੀ ਐਗਜ਼ਾਮਪਲ ਆ ਜਿੱਥੋਂ ਤੁਹਾਨੂੰ ਇਹ ਨਿਸ਼ਚੈ ਪਤਾ ਲੱਗ ਜਾਵੇ ਉਹਨੂੰ ਅਸੀਂ ਨਿਸ਼ਚੈਵਾਚਕ ਪ੍ਰਣਾਮ ਆਖਦੇ ਹਾਂ। ਉਹ ਰੋ ਰਹੀ ਹੈ। ਹੁਣ ਉਹ ਜਿਹੜਾ ਸ਼ਬਦ ਆ ਰੋ ਰਹੀ ਹੈ, ਉਹ ਰੋਣ ਵਾਲੀ ਲੜਕੀ ਨੂੰ ਨਿਸ਼ਚਿਤ ਕਰਦਾ ਕਿ ਉਹ ਰੋ ਰਹੀ ਹੈ। ਇਹ ਬੜਾ ਹਾਜ਼ਰ ਜਵਾਬ ਹੈ। ਕੋਈ ਬੱਚਾ ਅਸੀਂ ਕਲਾਸ 'ਚੋਂ ਖੜਾ ਕੀਤਾ ਅਤੇ ਕਿਹਾ ਕਿ ਇਹ ਬੜਾ ਹਾਜ਼ਰ ਜਵਾਬ ਹੈ। ਹੁਣ ਇਹ ਸ਼ਬਦ ਆ ਜਿਹੜਾ ਬੇਟਾ ਉਹ ਨਿਸ਼ਚੈਵਾਚਕ ਆ ਕਿ ਇਹ ਬੱਚਾ ਬੜਾ ਹਾਜ਼ਰ ਜਵਾਬ ਹੈ। ਉਸ ਨੂੰ ਸੱਟ ਲੱਗੀ ਹੈ। ਹੁਣ ਜਿਹੜਾ ਉਸ ਨੂੰ ਸ਼ਬਦ ਹੈ, ਉਸ ਸ਼ਬਦ ਨੂੰ ਅਸੀਂ ਕਹਾਂਗੇ ਨਿਸ਼ਚੈਵਾਚਕ। ਉਸ ਨੂੰ ਸੱਟ ਲੱਗੀ ਹੈ। ਜਿਵੇਂ 3 ਬੱਚੇ ਬੈਠੇ ਨੇ, ਆਪਾਂ ਉਹਨੂੰ ਖੜਾ ਕਰਿਆ ਜਾਂ ਕਿਸੇ ਵੱਲ ਇਸ਼ਾਰਾ ਕੀਤਾ ਕਿ ਉਸ ਨੂੰ ਸੱਟ ਲੱਗੀ ਹੈ। 3-4 ਬੱਚੇ ਬੈਠੇ ਨੇ, ਜਿਸ ਵੱਲ ਇਸ਼ਾਰਾ ਕੀਤਾ ਉਹਨੂੰ ਨਿਸ਼ਚਿਤ ਕਰਤਾ ਕਿ ਉਸ ਨੂੰ ਸੱਟ ਲੱਗੀ ਹੈ। ਸੋ ਬੇਟਾ ਇਹ ਹੁੰਦੇ ਹਨ ਨਿਸ਼ਚੈਵਾਚਕ, ਜਿਹਦੇ ਵਿੱਚ ਤੁਹਾਨੂੰ ਪੱਕਾ ਪਤਾ ਲੱਗ ਜਾਵੇ। ਅੱਗੇ ਹੁੰਦਾ ਬੇਟਾ ਇੱਕ ਵਾਕ ਦੀ ਕਿਸਮ ਹੈ ਅਨਿਸ਼ਚੈਵਾਚਕ। ਨਿਸ਼ਚਿਤ ਭਾਵ ਹੁੰਦਾ ਜਿਹਦੇ ਵਿੱਚ ਗੱਲ ਕਲੀਅਰ ਹੋ ਜਾਵੇ, ਅਨਿਸ਼ਚਿਤ ਭਾਵ ਜਿਹਦੇ ਵਿੱਚ ਗੱਲ ਕਲੀਅਰ ਨਾ ਹੋਵੇ। ਜਿਵੇਂ ਕਿ ਅਨਿਸ਼ਚੈਵਾਚਕ ਪੜਨਾਮ। ਅਨਿਸ਼ਚਿਤਤਾ ਤੋਂ ਭਾਵ ਹੈ ਪੱਕਾ ਨਾ ਹੋਣਾ, ਸਿਰਫ ਅੰਦਾਜ਼ਾ। ਜਿਹੜੇ ਪੜਨਾਮ ਕਿਸੇ ਚੀਜ਼ ਸੰਬੰਧੀ ਪੂਰੀ ਜਾਣਕਾਰੀ ਦੇਣ ਦੀ ਥਾਂ ਕੇਵਲ ਅੰਦਾਜ਼ਾ ਹੀ ਦੱਸਣ, ਉਹਨਾਂ ਨੂੰ ਅਨਿਸ਼ਚੈਵਾਚਕ ਪੜਨਾਮ ਆਖਦੇ ਹਨ। ਜਿਵੇਂ ਕੁਝ, ਸਭ, ਸਾਰੇ, ਕਈ, ਅਨੇਕ। ਇਹਦੇ ਵਿੱਚ ਕਲੀਅਰ ਨਹੀਂ ਹੁੰਦਾ, ਇਹਦੇ ਵਿੱਚ ਕੁਝ ਮਾਤਰਾ ਦੱਸੀ ਜਾਂਦੀ ਹੈ। ਜਿਵੇਂ ਸਭ ਲੋਕ ਬੈਠੇ ਹਨ। ਸਭ ਲੋਕ ਤੋਂ ਭਾਵ ਪੂਰੀ ਦੁਨੀਆ 'ਚ ਇੰਨੇ ਲੋਕ ਨੇ, ਖਬਰ ਕਿੰਨੇ ਕੁ ਬੈਠੇ ਹਨ। ਅਨਿਸ਼ਚਿਤ ਹੈ, ਨਿਸ਼ਚਿਤ ਨਹੀਂ। ਜੇ ਅਸੀਂ ਕਹੀਏ ਵੀ ਕਿ ਰੁੱਖ ਥੱਲੇ 3 ਮੁੰਡੇ ਅਤੇ 2 ਕੁੜੀਆਂ ਬੈਠੀਆਂ ਹਨ ਤਾਂ ਸਾਨੂੰ ਪਤਾ 3 ਮੁੰਡੇ ਨੇ ਅਤੇ 2 ਕੁੜੀਆਂ ਨੇ, ਕਲੀਅਰ ਹੋ ਰਿਹਾ, ਨਿਸ਼ਚੈਵਾਚਕ ਤਾਂ ਹੋਊਗਾ। ਹੁਣ ਸਭ ਲੋਕ ਬੈਠੇ ਹਨ, ਜਿਹੜਾ ਸਭ ਸ਼ਬਦ ਆ ਬੇਟਾ ਉਹ ਅਨਿਸ਼ਚੈਵਾਚਕ ਪੜਨਾਮ ਹੈ, ਕਿਉਂਕਿ ਸਭ ਕਹਿਤਾ, ਹੁਣ ਪਤਾ ਨਹੀਂ ਕੌਣ ਕੌਣ ਬੈਠੇ ਹਨ। ਉਦਾਹਰਨ ਦੇ ਵਿੱਚ ਤੁਸੀਂ ਦੇਖੋ ਸਭ ਲੋਕ ਬੈਠੇ ਹਨ। ਹੁਣ ਇਹਦੇ ਵਿੱਚ ਕਲੀਅਰ ਨਹੀਂ ਹੋ ਰਿਹਾ ਕਿ ਕੌਣ ਨੇ ਸਭ ਲੋਕ। ਮੈਨੂੰ ਕੁਝ ਪੈਸੇ ਦੇ ਦੇਵੋ। ਹੁਣ ਮੈਨੂੰ ਕੁਝ ਪੈਸੇ ਦੇ ਦਿਓ। ਜਿਹੜਾ ਕੁਝ ਸ਼ਬਦ ਆ ਬੇਟਾ ਉਹ ਕੀ ਹੈ, ਅਨਿਸ਼ਚੈਵਾਚਕ ਆ। ਕੁਝ ਹੁਣ ਕੀ ਪਤਾ 5 ਰੁਪਏ ਚਾਹੀਦੇ ਨੇ, 500 ਚਾਹੀਦਾ, 5000 ਚਾਹੀਦਾ ਜਾਂ 5 ਲੱਖ ਚਾਹੀਦਾ। ਕੁਝ ਪੈਸੇ ਅਨਿਸ਼ਚੈਵਾਚਕ ਹੈ। ਜਿਵੇਂ ਪਾਣੀ ਵਿੱਚ ਕੁਝ ਡਿੱਗ ਪਿਆ ਹੈ। ਹੁਣ ਜਿਹੜਾ ਕੁਝ ਸ਼ਬਦ ਆ ਬੇਟਾ, ਹੁਣ ਪਾਣੀ ਵਿੱਚ ਕੁਝ ਡਿੱਗ ਪਿਆ। ਹੁਣ ਕੀ ਪਤਾ ਕੀ ਡਿੱਗ ਪਿਆ ਪਾਣੀ ਵਿੱਚ। ਥੋੜ੍ਹਾ ਪਿੱਛੇ ਹੋ ਕੇ ਖੜੋ। ਹੁਣ ਜਿਹੜਾ ਥੋੜ੍ਹਾ ਸ਼ਬਦ ਆ, ਹੁਣ ਐਂ ਨਹੀਂ ਪਤਾ ਵੀ ਕਿੰਨਾ ਕੁ, ਮਾੜਾ ਜਿਹਾ 1 ਇੰਚ, 2 ਇੰਚ, 2 ਫੁੱਟ, 5 ਫੁੱਟ ਜਾਂ ਬਹੁਤ ਦੂਰ ਖੜਨਾ। ਥੋੜ੍ਹਾ ਪਿੱਛੇ ਹੋ ਕੇ ਖੜੋ। ਹੁਣ ਜਿਹੜਾ ਥੋੜ੍ਹਾ ਸ਼ਬਦ ਆ ਬੇਟਾ ਅਨਿਸ਼ਚੈਵਾਚਕ ਆ। ਹੁਣ ਕਿਸੇ ਨੇ ਕਿਹਾ ਥੋੜ੍ਹਾ ਪਿੱਛੇ ਹੋ ਜਾਓ, ਹੁਣ ਪਤਾ ਨਹੀਂ ਕਿੰਨਾ ਕੁ ਪਿੱਛੇ ਹੋਣਾ। ਜੇ ਕੋਈ ਕਹੇ ਥੋੜ੍ਹਾ ਅੱਗੇ ਆ ਜਾਓ, ਹੁਣ ਇਹ ਨਹੀਂ ਪਤਾ ਕਿੰਨਾ ਕੁ ਅੱਗੇ ਆਉਣਾ, ਅਨਿਸ਼ਚੈਵਾਚਕ ਆ। ਜੇ ਸਾਰੇ ਚੁੱਪ ਚਾਪ ਬੈਠੇ ਹਨ, ਹੁਣ ਸਾਰੇ ਐਂ ਨਹੀਂ ਪਤਾ ਵੀ ਕਿੰਨੇ ਕੁ, 5, 4, 10, 20 ਕਿੰਨੇ ਕੁ, ਅਨਿਸ਼ਚੈਵਾਚਕ। ਸੋ ਜਿੱਥੇ ਤੁਹਾਨੂੰ ਕੌਨਸੈਪਟ ਕਲੀਅਰ ਨਾ ਹੋਵੇ ਉਹ ਕੀ ਹੁੰਦਾ ਹੈ, ਅਨਿਸ਼ਚੈਵਾਚਕ। ਸੋ ਬੇਟਾ ਇਹਦੇ ਸੰਬੰਧ ਦੇ ਵਿੱਚ ਕੁਝ ਐਕਸਰਸਾਈਜ਼ ਦੇ ਪ੍ਰਸ਼ਨ ਉੱਤਰ ਬਣਦੇ ਹਨ। ਜਿਵੇਂ ਪੜਨਾਮ ਦੀ ਪਰਿਭਾਸ਼ਾ, ਪੜਨਾਮ ਦੀਆਂ ਕਿਸਮਾਂ, ਪੁਰਖਵਾਚਕ ਪੜਨਾਮ, ਪ੍ਰਸ਼ਨਵਾਚਕ, ਅਨਿਸ਼ਚੈਵਾਚਕ ਪੜਨਾਮ ਕਿਸ ਨੂੰ ਆਖਦੇ ਹਨ। ਜਿਵੇਂ ਹੁਣ ਅਸੀਂ ਲਕੀਰ ਖਿੱਚਣੀ ਆ ਪ੍ਰੈਕਟਿਸ ਦੇ ਲਈ, ਮੇਰਾ ਨਾਮ ਰਮਨਜੀਤ ਸਿੰਘ ਹੈ। ਇਹਦੇ ਵਿੱਚ ਪੜਨਾਮ ਲੱਭਣਾ ਮੇਰਾ, ਜਿਵੇਂ ਇਹਦੇ ਵਿੱਚ ਲੱਭਾਂਗੇ ਉਹ ਬਿਮਾਰ ਹੈ। ਹੁਣ ਇਹਦੇ ਵਿੱਚ ਤੁਸੀਂ ਲੱਭਣਾ ਕਿ ਪੜਨਾਮ ਕਿਹੜਾ ਹੈ। ਤੂੰ ਕੀ ਖਾ ਰਿਹਾ ਹੈ, ਇਹਦੇ ਵਿੱਚ ਲੱਭਣਾ ਤੁਸੀਂ ਨੇ ਪੜਨਾਮ। ਆਪਣਾ ਕੰਮ ਖੁਦ ਕਰੋ, ਹੁਣ ਇਹਦੇ ਵਿੱਚ ਲੱਭਣਾ ਪੜਨਾਮ ਕੀ ਹੈ। ਮੈਂ ਖੇਡਣ ਜਾ ਰਿਹਾ ਹਾਂ, ਇਹਦੇ ਵਿੱਚੋਂ
ਪੜਨਾਮ ਲੱਭਣ ਦੀ ਕੋਸ਼ਿਸ਼ ਕਰਨੀ ਹੈ। ਇਹ ਕੱਪੜੇ ਮੇਰੇ ਹਨ, ਇਹਦੇ ਵਿੱਚੋਂ ਪੜਨਾਮ ਲੱਭਾਂਗੇ ਅਸੀਂ। ਬਹੁ ਵਿਕਲਪੀ ਪ੍ਰਸ਼ਨ ਵੀ ਬੇਟਾ ਪੜਨਾਮ ਦੇ ਉੱਪਰ ਬਣਦੇ ਹਨ। ਨਾਮ ਦੀ ਥਾਂ ਵਰਤੇ ਜਾਣ ਵਾਲੇ ਸ਼ਬਦ ਨੂੰ ਕੀ ਕਹਿੰਦੇ ਹਨ, ਤੁਸੀਂ ਇਹਦੇ ਵਿੱਚੋਂ ਖੁਦ ਪ੍ਰੈਕਟਿਸ ਕਰਨੀ ਹੈ। ਸੁਰਜੀਤ ਮੇਰਾ ਛੋਟਾ ਭਰਾ ਹੈ, ਵਾਕ ਵਿੱਚੋਂ ਪੜਨਾਮ ਕਿਹੜਾ ਹੈ, ਤੁਸੀਂ ਚੁਣਨਾ ਹੈ। ਦੋ ਵਾਕਾਂ ਨੂੰ ਜੋੜਨ ਵਾਲੇ ਪੜਨਾਮ ਨੂੰ ਕੀ ਕਹਿੰਦੇ ਹਨ। ਕਿਹੜਾ ਘਰ ਤੁਹਾਡਾ ਹੈ, ਵਾਕ ਵਿੱਚ ਕਿਹੜਾ ਸ਼ਬਦ ਪੜਨਾਮ ਦੀ ਕਿਹੜੀ ਕਿਸਮ ਹੈ, ਇਹ ਬੇਟਾ ਤੁਸੀਂ ਧਿਆਨ ਨਾਲ ਦੇਖਣਾ ਹੈ। ਨਿੱਜਵਾਚਕ ਪੜਨਾਮ ਦੀ ਉਦਾਹਰਨ ਕਿਹੜੀ ਹੈ, ਇਹਦੇ ਵਿੱਚੋਂ ਤੁਸੀਂ ਨੇ ਆਇਡੈਂਟੀਟੀ ਕਰਨੀ ਹੈ ਬੇਟਾ ਵੀ ਕਿਹੜੀ ਹੈ। ਅੱਗੇ ਜਿਵੇਂ ਤੁਹਾਨੂੰ ਹੋਰ ਵੀ ਐਕਸਰਸਾਈਜ਼ ਬਣਦੀ ਹੈ, ਇਹਦੇ ਵਿੱਚੋਂ ਤੁਹਾਨੂੰ ਕੋਈ ਬੁਲਾ ਰਿਹਾ ਹੈ, ਕਿਹੜੀ ਕਿਸਮ, ਮੋਟੇ ਸ਼ਬਦ ਕੋਈ ਕਿਹੜੀ ਕਿਸਮ ਹੈ। ਇਹ ਮੇਰੀ ਕਿਤਾਬ ਹੈ, ਇਹ ਪੜਨਾਮ ਦੀ ਕਿਹੜੀ ਕਿਸਮ ਹੈ। ਤੁਸੀਂ ਸ਼ਹਿਰ ਕਦੋਂ ਜਾਣਾ ਹੈ, ਤੁਸੀਂ ਪੜਨਾਮ ਦੀ ਕਿਹੜੀ ਕਿਸਮ ਹੈ, ਇੱਧਰ ਲਿਖਣਾ। ਇਹ ਪੈਨ ਤੁਸੀਂ ਕਿੱਥੋਂ ਖਰੀਦਿਆ, ਇਹਨੂੰ ਪ੍ਰੈਕਟਿਸ ਕਰਨੀ ਹੈ। ਮੈਂ ਆਪ ਤੁਹਾਡਾ ਕੰਮ ਕਰਾਂਗਾ, ਹੁਣ ਤੁਸੀਂ ਦੱਸਣਾ ਹੈ ਕਿ ਇਹ ਕਿਹੜਾ ਪੜਨਾਮ ਦੀ ਕਿਹੜੀ ਕਿਸਮ ਹੈ। ਅੱਗੇ ਹੈਗਾ ਪੜਨਾਮ ਚੁਣ ਕੇ ਖਾਲੀ ਸਥਾਨ ਭਰੋ। ਇਹ ਬੇਟਾ ਪ੍ਰੈਕਟਿਸ ਕਰਨੀ ਹੈ ਤੁਸੀਂ ਨੇ, ਆਪਣੀ ਸਕਰੀਨ 'ਤੇ ਵੀ ਰੋਕ ਸਕਦੇ ਹੋ ਜਾਂ ਇਹਦਾ ਸਕਰੀਨਸ਼ਾਟ ਲੈ ਕੇ ਵੀ ਤੁਸੀਂ ਇਹਨੂੰ ਪੜ੍ਹ ਸਕਦੇ ਹੋ। ਹੁਣ ਬੇਟਾ ਜੇ ਇਸੇ ਨਾਮ ਪੜਨਾਮ ਦੀ ਅਸੀਂ ਰਿਵੀਜ਼ਨ ਕਰਦੇ ਹੋਈਏ, ਜਿਵੇਂ ਨਾਮ ਦੀ ਥਾਂ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਪੜਨਾਮ ਕਹਿੰਦੇ ਹਨ। ਪੜਨਾਮ 6 ਪ੍ਰਕਾਰ ਦੇ ਹੁੰਦੇ ਹਨ। ਆਪਣੇ ਅਤੇ ਦੂਜੇ ਪੁਰਖਾਂ ਦੇ ਨਾਂ ਦੀ ਥਾਂ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਪੁਰਖਵਾਚਕ ਪੜਨਾਮ ਕਹਿੰਦੇ ਹਨ। ਪੁਰਖ 3 ਪ੍ਰਕਾਰ ਦੇ ਹੁੰਦੇ ਹਨ, ਉੱਤਮ ਪੁਰਖ, ਮੱਧਮ ਪੁਰਖ ਅਤੇ ਅਨਯ ਪੁਰਖ। ਗੱਲ ਕਰਨ ਵਾਲਾ ਉੱਤਮ ਪੁਰਖ ਹੁੰਦਾ ਹੈ, ਜਿਸ ਨਾਲ ਗੱਲ ਕੀਤੀ ਜਾਵੇ ਉਸ ਨੂੰ ਮੱਧਮ ਪੁਰਖ, ਅਤੇ ਜਿਸ ਬਾਰੇ ਗੱਲ ਕੀਤੀ ਜਾਵੇ ਉਸ ਨੂੰ ਅਨਯ ਪੁਰਖ ਕਹਿੰਦੇ ਹਨ। ਜਿਹੜੇ ਪੜਨਾਮ ਸ਼ਬਦਾਂ ਦੀ ਵਰਤੋਂ ਕਰਤਾ ਦੇ ਨਾਲ ਉਸ ਦੇ ਆਪਣੇ ਲਈ ਕੀਤੀ ਜਾਵੇ ਉਸ ਨੂੰ ਨਿੱਜਵਾਚਕ ਪੜਨਾਮ ਕਹਿੰਦੇ ਹਨ। ਅੱਗੇ ਜਿਹੜੇ ਸ਼ਬਦ ਪੜਨਾਮ ਹੋਣ ਦੇ ਨਾਲ ਨਾਲ ਯੋਜਕ ਵਾਂਗ ਵਾਕਾਂ ਨੂੰ ਜੋੜਨ ਦਾ ਕੰਮ ਵੀ ਕਰਨ, ਉਹਨਾਂ ਨੂੰ ਸੰਬੰਧਵਾਚਕ ਪੜਨਾਮ ਕਹਿੰਦੇ ਹਨ। ਜਿਹੜੇ ਸ਼ਬਦ ਪੜਨਾਮ ਵੀ ਹੋਣ ਅਤੇ ਉਹਨਾਂ ਨਾਲ ਕੋਈ ਪ੍ਰਸ਼ਨ ਵੀ ਪੁੱਛਿਆ ਹੋਵੇ, ਉਹਨਾਂ ਨੂੰ ਪ੍ਰਸ਼ਨਵਾਚਕ ਪੜਨਾਮ ਕਹਿੰਦੇ ਹਨ। ਕਿਸੇ ਨਿਸ਼ਚਿਤ ਚੀਜ਼ ਵੱਲ ਜਾਂ ਵਿਅਕਤੀ ਵੱਲ ਇਸ਼ਾਰਾ ਕਰਕੇ ਉਹਨਾਂ ਦੇ ਨਾਂ ਦੀ ਥਾਂ ਵਰਤੇ ਗਏ ਸ਼ਬਦਾਂ ਨੂੰ ਨਿਸ਼ਚੈਵਾਚਕ ਪੜਨਾਮ ਕਹਿੰਦੇ ਹਨ। ਨਿਸ਼ਚੈਵਾਚਕ ਪੜਨਾਮ ਕਿਸੇ ਚੀਜ਼ ਜਾਂ ਵਿਅਕਤੀ ਦਾ ਅੰਦਾਜ਼ਾ ਦੱਸਣ ਪਰੰਤੂ ਉਸ ਬਾਰੇ ਨਿਸ਼ਚਿਤ ਗਿਆਨ ਨਾ ਦੇਣ ਵਾਲਿਆਂ ਨੂੰ ਅਨਿਸ਼ਚੈਵਾਚਕ ਪੜਨਾਮ ਕਹਿੰਦੇ ਹਨ। ਸੋ ਇਹ ਸੀ ਬੇਟਾ ਪੜਨਾਮ ਦੀ ਦੁਹਰਾਈ। ਉਮੀਦ ਕਰਦੇ ਹਾਂ ਕਿ ਪੜਨਾਮ ਦੀ ਜੋ ਪਹਿਚਾਣ ਹੈ, ਪੜਨਾਮ ਦੀਆਂ ਕਿਸਮਾਂ ਦੀ ਪਹਿਚਾਣ ਹੈ, ਤਾਂ ਤੁਸੀਂ ਇਸ ਵੀਡੀਓ ਦੇ ਮਾਧਿਅਮ ਰਾਹੀਂ ਕਰਨ ਦੇ ਵਿੱਚ ਸਫਲ ਹੋਏ ਹੋਵੋਗੇ। ਸੋ ਬੇਟਾ ਇਹ ਪੜਨਾਮ ਬਾਰੇ ਅੰਤਮ ਵੀਡੀਓ ਨਹੀਂ ਹੈ। ਤੁਸੀਂ ਪੜਨਾਮ ਬਾਰੇ ਵੱਖੋ ਵੱਖਰੀਆਂ ਪਰਿਭਾਸ਼ਾਵਾਂ ਅਤੇ ਹੋਰ ਰੌਚਕ ਜਾਣਕਾਰੀ ਖੁਦ ਵੀ ਇਕੱਠੀ ਕਰਨੀ ਹੈ ਅਤੇ ਪੜਨਾਮ ਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਆਪਣੇ ਜੋ ਐਗਜ਼ਾਮ ਦੇ ਲਈ ਇਹਦੀ ਪੂਰੀ ਵਧੀਆ ਤਿਆਰੀ ਕਰਨੀ ਹੈ। ਉਮੀਦ ਕਰਦੇ ਹਾਂ ਸਾਡੀ ਇਹ ਵੀਡੀਓ ਤੁਹਾਡੇ ਗਿਆਨ ਦੇ ਵਿੱਚ ਕੁਝ ਵਾਧਾ ਕਰਨ ਦੇ ਵਿੱਚ ਸਹਾਈ ਹੋਵੇਗੀ। ਸੋ ਪੜਨਾਮ ਨਾਲ ਸੰਬੰਧਿਤ ਵੀਡੀਓ ਬੇਟਾ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਧੰਨਵਾਦ।